ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਹਾਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ ਦੇ ਵਿੱਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਅਮਰੀਕਾ ਸਣੇ 156 ਦੇਸ਼ਾਂ ਲਈ ਭਾਰਤ ਮੁੜ ਸ਼ੁਰੂ ਕਰੇਗਾ ਈ-ਵੀਜ਼ਾ। ਅਮਰੀਕਾ ਨੇ ਜਾਰੀ ਕੀਤੀ ਟਰੈਵਲ ਐਡਵਾਈਜ਼ਰੀ। ਕਿਹਾ ਭਾਰਤ ਪਾਕਿਸਤਾਨ ਸਰਹੱਦ ਦੀ ਨਾ ਕਰਨ ਯਾਤਰਾ, ਨਾਗਰਿਕਾਂ ਨੂੰ ਦਿੱਤੀ ਸਲਾਹ। ਦੁਬਈ ਨੇ ਵੀਜ਼ਾ ਨਿਯਮਾਂ ਵਿੱਚ ਦਿੱਤੀ ਢਿੱਲ। ਲੱਖਾਂ ਭਾਰਤੀ ਕਾਮਿਆਂ ਨੂੰ ਹੋਵੇਗਾ ਫਾਇਦਾ। 1 ਲੱਖ ਭਾਰਤੀਆਂ ਨੂੰ ਮਿਲੇਗੀ ਕੈਨੇਡਾ ਦੀ PR। ਕਰੋਨਾ ਦਾ ਅਸਰ, ਪਹਿਲਾਂ ਦੇ ਮੁਕਾਬਲੇ ਘੱਟ ਗਿਣਤੀ ਵਿੱਚ ਅਮਰੀਕਾ ਪਰਤ ਰਹੇ ਨੇ ਕੌਮਾਂਤਰੀ ਵਿਦਿਆਰਥੀ। ਨਵੀਂ ਦਿੱਲੀ, ਸਾਰੀਆਂ ਘਰੇਲੂ ਉਡਾਣਾਂ ਵਿੱਚ ਖਾਣਾ ਪਰੋਸਣ ਦੀ ਆਗਿਆ। ਰੂਸ ਨੇ ਕਰੋਨਾ ਆਫਤ ਦਰਮਿਆਨ ਹੋਰ ਦੇਸ਼ਾਂ ਨਾਲ ਉਡਾਣਾਂ ਕੀਤੀਆਂ ਸ਼ੁਰੂ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਭਾਰਤ ਆਪਣਾ ਇਲੈਕਟ੍ਰੋਨਿਕ ਵੀਜ਼ਾ ਯਾਨੀ ਕਿ ਈ-ਵੀਜ਼ਾ ਸਹੂਲਤ ਸ਼ੁਰੂ ਕਰਨ ਜਾ ਰਿਹਾ ਹੈ। ਇਸ ਨਾਲ ਦੁਨੀਆ ਭਰ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਸਹੂਲਤ ਮਿਲੇਗੀ। ਭਾਰਤ ਨੇ ਅਮਰੀਕਾ ਸਣੇ 156 ਦੇਸ਼ਾਂ ਲਈ ਇਹ ਵੀਜ਼ਾ ਸ਼ੁਰੂ ਕਰਨ ਦਾ ਫੈਸਲਾ ਕੀਤਾ, ਜਦਕਿ ਕੈਨੇਡਾ ਤੇ ਚੀਨ ਸਣੇ ਕਈ ਹੋਰ ਮੁਲਕਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਇਹ ਸਹੂਲਤ ਨਹੀਂ ਦਿੱਤੀ ਜਾਵੇਗੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਫਿਲਹਾਲ 156 ਦੇਸ਼ਾਂ ਲਈ ਈ-ਵੀਜ਼ਾ ਸਹੂਲਤ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਜਿਨ੍ਹਾਂ ਦੇਸ਼ਾਂ ਨੂੰ ਇਹ ਸਹੂਲਤ ਮਿਲੇਗੀ ਉਹਨਾਂ ਵਿੱਚ ਅਮਰੀਕਾ, ਵੀਅਤਨਾਮ, ਸਿੰਗਾਪੁਰ ਤੇ ਤਾਇਵਾਨ ਤੋਂ ਇਲਾਵਾ 152 ਹੋਰ ਦੇਸ਼ ਸ਼ਾਮਲ ਨੇ, ਜਦਕਿ ਜਿਨ੍ਹਾਂ ਮੁਲਕਾਂ ਦੇ ਨਾਗਰਿਕਾਂ ਨੂੰ ਭਾਰਤ ਈ-ਵੀਜ਼ਾ ਜਾਰੀ ਨਹੀਂ ਕਰੇਗਾ ਉਹਨਾਂ ਵਿੱਚ ਕੈਨੇਡਾ, ਚੀਨ, ਬਰਤਾਨੀਆ, ਈਰਾਨ, ਮਲੇਸ਼ੀਆ, ਇੰਡੋਨੇਸ਼ੀਆ ਅਤੇ ਸਾਊਦੀ ਅਰਬ ਸ਼ਾਮਲ ਨੇ। ਚੀਨ ਦੇ ਅਧੀਨ ਆਉਣ ਵਾਲੇ ਹਾਂਗਕਾਂਗ ਅਤੇ ਮਕਾਓ ਦੇ ਲੋਕਾਂ ਨੂੰ ਵੀ ਈ-ਵੀਜ਼ਾ ਦੀ ਸਹੂਲਤ ਨਹੀਂ ਦਿੱਤੀ ਜਾਏਗੀ। ਮੰਨਿਆ ਜਾ ਰਿਹਾ ਕਿ ਸਿੱਧੇ ਤੌਰ ਤੇ ਚੀਨ ਨੂੰ ਭਾਰਤ ਦੇ ਬਦਲਦੇ ਰੁਖ ਦਾ ਸੁਨੇਹਾ ਹੈ। ਦਰਅਸਲ ਚੀਨ ਲਗਾਤਾਰ ਭਾਰਤ ਦੇ ਨਾਲ ਹਮਲਾਵਰ ਰਵੱਈਆ ਅਪਣਾ ਰਿਹਾ। ਲਦਾਖ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਤੱਕ ਚੀਨੀ ਫੌਜ ਘੁਸਪੈਠ ਦੇ ਯਤਨਾਂ ਵਿੱਚ ਜੁਟੀ ਹੋਈ ਹੈ। ਇਸ ਤੋਂ ਇਲਾਵਾ ਹੋਰ ਮੁੱਦਿਆਂ ਤੇ ਵੀ ਬੀਜਿੰਗ ਵੱਲੋਂ ਭਾਰਤ ਦਾ ਵਿਰੋਧ ਜਾਰੀ ਹੈ। ਹਾਲ ਹੀ ਵਿੱਚ ਭਾਰਤ ਵੱਲੋਂ ਅਫਗਾਨਿਸਤਾਨ ਦੇ ਹਾਲਾਤ ਤੇ ਚਰਚਾ ਲਈ ਸੱਦੀ ਗਈ ਕੌਮੀ ਸੁਰੱਖਿਆ ਸਲਾਹਕਾਰਾਂ ਦੀ ਬੈਠਕ ਤੋਂ ਵੀ ਚੀਨ ਨੇ ਦੂਰੀ ਬਣਾ ਲਈ। ਦੱਸ ਦਈਏ ਕਿ ਭਾਰਤ ਦੀ ਈ-ਵੀਜ਼ਾ ਸਹੂਲਤ ਪਹਿਲਾਂ 171 ਦੇਸ਼ਾਂ ਦੇ ਨਾਗਰਿਕਾਂ ਲਈ ਉਪਲਬਧ ਸੀ। ਇਸ ਵਿੱਚ ਚੀਨ ਵੀ ਸ਼ਾਮਲ ਰਿਹਾ ਹੈ, ਪਰ ਕਰੋਨਾ ਮਹਾਮਾਰੀ ਦੇ ਚਲਦਿਆਂ ਲੱਗੀਆਂ ਯਾਤਰਾ ਪਾਬੰਦੀਆਂ ਤੋਂ ਬਾਅਦ ਕਈ ਦੇਸ਼ਾਂ ਨੇ ਭਾਰਤੀ ਨਾਗਰਿਕਾਂ ਲਈ ਜਾਂ ਤਾਂ ਆਪਣੇ ਦਰਵਾਜ਼ੇ ਨਹੀਂ ਖੋਲੇ ਜਾਂ ਸਰਹੱਦ ਟੱਪਣ ਦੀ ਪ੍ਰਕਿਰਿਆ ਨੂੰ ਕਾਫੀ ਔਖਾ ਬਣਾ ਦਿੱਤਾ ਹੈ। ਅਜਿਹੇ ਵਿੱਚ ਭਾਰਤ ਨੇ ਵੀ ਹੁਣ ਜਵਾਬੀ ਕਾਰਵਾਈ ਦੇ ਤਹਿਤ ਕਈ ਦੇਸ਼ਾਂ ਨੂੰ ਈ-ਵੀਜ਼ਾ ਜਾਰੀ ਨਾ ਕਰਨ ਦਾ ਕਦਮ ਚੁੱਕਿਆ ਹੈ। ਅਮਰੀਕਾ ਨੇ ਭਾਰਤ ਅਤੇ ਪਾਕਿਸਤਾਨ ਲਈ ਲੈਵਲ 2 ਅਤੇ ਲੈਵਲ 3 ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਨਾਗਰਿਕਾਂ ਨੂੰ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਤੇ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਐਡਵਾਈਜ਼ਰੀ ਵਿੱਚ ਅਮਰੀਕੀ ਨਾਗਰਿਕਾਂ ਨੂੰ ਅੱਤਵਾਦ ਅਤੇ ਸੰਪਰਦਾਇਕ ਹਿੰਸਾ ਦੇ ਕਾਰਨ ਪਾਕਿਸਤਾਨ ਦੀ ਯਾਤਰਾ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਹੈ, ਜਦਕਿ ਭਾਰਤ ਆਉਣ ਵਾਲੇ ਲੋਕਾਂ ਨੂੰ ਅਪਰਾਧ ਅਤੇ ਅੱਤਵਾਦ ਦੇ ਕਾਰਨ ਵਧੇਰੇ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ। ਸੋਮਵਾਰ ਨੂੰ ਜਾਰੀ ਕੀਤੀ ਗਈ ਭਾਰਤ ਲਈ ਆਪਣੀ ਐਡਵਾਈਜ਼ਰੀ ਵਿੱਚ ਅਮਰੀਕੀ ਵਿਦੇਸ਼ ਵਿਭਾਗ ਨੇ ਅਮਰੀਕੀ ਨਾਗਰਿਕਾਂ ਨੂੰ ਅੱਤਵਾਦ ਅਤੇ ਅਸ਼ਾਂਤੀ ਕਾਰਨ ਜੰਮੂ ਕਸ਼ਮੀਰ ਦੀ ਯਾਤਰਾ ਨਾ ਕਰਨ ਅਤੇ ਭਾਰਤ-ਪਾਕਿਸਤਾਨ ਸਰਹੱਦ ਤੇ 10 ਕਿਲੋਮੀਟਰ ਦੇ ਅੰਦਰ ਯਾਤਰਾ ਕਰਨ ਤੋਂ ਬਚਣ ਦੀ ਅਪੀਲ ਕੀਤੀ ਹੈ। ਇਸ ਵਿੱਚ ਕਿਹਾ ਗਿਆ ਹੈ, ਭਾਰਤੀ ਅਧਿਕਾਰੀ ਰਿਪੋਰਟ ਕਰਦੇ ਹਨ ਕਿ ਬਲਾਤਕਾਰ ਭਾਰਤ ਵਿੱਚ ਸਭ ਤੋਂ ਤੇਜ਼ੀ ਨਾਲ ਵੱਧ ਰਹੇ ਅਪਰਾਧਾਂ ਵਿੱਚੋਂ ਇੱਕ ਹੈ। ਸੈਰ ਸਪਾਟਾ ਸਥਾਨਾਂ ਅਤੇ ਹੋਰ ਥਾਵਾਂ ਤੇ ਜਿਨਸੀ ਸ਼ੋਸ਼ਣ ਵਰਗੇ ਹਿੰਸਕ ਅਪਰਾਧ ਹੋਏ ਹਨ। ਸੰਯੁਕਤ ਅਰਬ ਅਮੀਰਾਤ ਵਿੱਚ ਆਰਥਿਕ ਮੁਕਾਬਲੇ ਨੂੰ ਹੁਲਾਰਾ ਦੇਣ ਲਈ ਦੁਬਈ ਨੇ ਵਿਦੇਸ਼ੀ ਕਾਮਿਆਂ ਲਈ ਵੱਡਾ ਐਲਾਨ ਕੀਤਾ ਹੈ। ਦੁਬਈ ਨੇ ਅਮੀਰਾਤ ਵਿੱਚ ਸਥਿਤ ਫਰਮਾਂ ਵਿੱਚ ਕੰਮ ਕਰਨ ਵਾਲੇ ਵਿਦੇਸ਼ੀ ਕਰਮਚਾਰੀਆਂ ਲਈ ਮਲਟੀਪਲ ਐਂਟਰੀ ਵੀਜ਼ਾ ਜਾਰੀ ਕਰਨ ਦਾ ਐਲਾਨ ਕੀਤਾ ਹੈ। ਇਸ ਵੀਜ਼ੇ ਦੀ ਮਿਆਦ 5 ਸਾਲ ਹੋਏਗੀ। 7 ਅਮੀਰਾਤਾਂ ਦੀ ਇੱਕ ਫੈਡਰੇਸ਼ਨ ਸੰਯੁਕਤ ਅਰਬ ਅਮੀਰਾਤ ਨੇ ਵੀ ਇਸ ਹਫ਼ਤੇ ਨਵੇਂ ਨਿੱਜੀ ਖੇਤਰ ਦੇ ਲੇਬਰ ਕਾਨੂੰਨਾਂ ਵਿੱਚ ਸਖਤ ਬਦਲਾਅ ਕੀਤੇ ਨੇ। ਇਸ ਨਾਲ ਉੱਥੋਂ ਦੀਆਂ ਕੰਪਨੀਆਂ ਕਾਮਿਆਂ ਦੇ ਪਾਸਪੋਰਟ ਜ਼ਬਤ ਨਹੀਂ ਕਰ ਸਕਣਗੀਆਂ। ਇਹ ਕਾਨੂੰਨ ਅਗਲੇ ਸਾਲ ਫਰਵਰੀ ਤੋਂ ਲਾਗੂ ਹੋਣ ਜਾ ਰਹੇ ਨੇ। ਕਰੋਨਾ ਵਾਇਰਸ ਮਹਾਮਾਰੀ ਨੇ ਸੰਯੁਕਤ ਅਰਬ ਅਮੀਰਾਤ ਦੀ ਅਰਥ ਵਿਵਸਥਾ ਨੂੰ ਕਾਫੀ ਵੱਡਾ ਨੁਕਸਾਨ ਪਹੁੰਚਾਇਆ ਹੈ। ਇਸ ਕਾਰਨ ਸੰਯੁਕਤ ਅਰਬ ਅਮੀਰਾਤ ਆਰਥਿਕਤਾ ਨੂੰ ਉਭਾਰਨ ਵਿੱਚ ਮਦਦ ਕਰਨ ਲਈ ਨਿਵੇਸ਼ ਅਤੇ ਵਿਦੇਸ਼ੀ ਲੋਕਾਂ ਨੂੰ ਆਕਰਸ਼ਿਤ ਕਰਨ ਵਿੱਚ ਰੁੱਝਿਆ ਹੋਇਆ ਹੈ। ਇਸੇ ਕਾਰਨ UAE ਨੇ ਆਰਥਿਕ ਅਤੇ ਕਾਨੂੰਨੀ ਸੁਧਾਰਾਂ ਦੀ ਸ਼ੁਰੂਆਤ ਕੀਤੀ ਹੈ, ਜਿਸ ਵਿੱਚ ਲੰਬੇ ਸਮੇਂ ਦੇ ਰਿਹਾਇਸ਼ੀ ਵੀਜ਼ੇ ਸ਼ਾਮਲ ਨੇ।
ਇਸ ਤੋਂ ਇਲਾਵਾ ਸੰਯੁਕਤ ਅਰਬ ਅਮੀਰਾਤ ਵੀ ਇਸ ਖੇਤਰ ਦਾ ਵੱਡਾ ਵਪਾਰਕ ਕੇਂਦਰ ਬਣਨ ਦੀ ਦੌੜ ਵਿੱਚ ਸਾਊਦੀ ਅਰਬ ਨੂੰ ਹਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੁਬਈ ਦੇ ਕਰਾਊਨ ਪ੍ਰਿੰਸ ਨੇ ਕਿਹਾ ਕਿ 5 ਸਾਲ ਦਾ ਮਲਟੀਪਲ ਐਂਟਰੀ ਵੀਜ਼ਾ ਦੁਬਈ ਸਥਿਤ ਕੰਪਨੀਆਂ ਦੇ ਕਰਮਚਾਰੀਆਂ ਨੂੰ ਆਸਾਨੀ ਨਾਲ ਮੀਟਿੰਗ ਅਤੇ ਹੋਰ ਕਾਰੋਬਾਰੀ ਲੋੜਾਂ ਲਈ ਅਮੀਰਾਤ ਦੇ ਅੰਦਰ ਅਤੇ ਬਾਹਰ ਜਾਣ ਵਿੱਚ ਮਦਦ ਕਰੇਗਾ। ਇਸ ਤੋਂ ਪਹਿਲਾਂ UAE ਨੇ ਵੀ ਕੋਵਿਡ ਵੈਕਸੀਨ ਦੀ ਪੂਰੀ ਖੁਰਾਕ ਲੈਣ ਵਾਲੇ ਯਾਤਰੀਆਂ ਲਈ ਆਪਣੇ ਦੇਸ਼ ਦੇ ਦਰਵਾਜ਼ੇ ਖੋਲ੍ਹ ਦਿੱਤੇ ਨੇ। ਇਸ ਨਾਲ ਭਾਰਤ ਦੇ ਲੱਖਾਂ ਕਾਮਿਆਂ ਨੂੰ ਇਸ ਦਾ ਲਾਭ ਹੋਣ ਦੀ ਉਮੀਦ ਹੈ। UAE ਦੇ ਮਨੁੱਖੀ ਸਰੋਤ ਅਤੇ ਅਮੀਰਾਤ ਮੰਤਰੀ ਅਬਦੁਲ ਰਹਿਮਾਨ ਅਲ ਆਵਰ ਨੇ ਕਿਹਾ ਕਿ ਫੈਡਰਲ ਪੱਧਰ ਤੇ ਸੋਮਵਾਰ ਨੂੰ ਨਵੇਂ ਲੇਬਰ ਕਾਨੂੰਨ ਦੀ ਘੋਸ਼ਣਾ ਕੀਤੀ ਗਈ ਹੈ। ਇਸ ਦਾ ਉਦੇਸ਼ UAE ਨੂੰ ਇੱਕ ਹੁਨਰਮੰਦ ਲੇਬਰ ਬਾਜ਼ਾਰ ਬਣਾਉਣਾ, ਪ੍ਰਤਿਭਾ ਨੂੰ ਆਕਰਸ਼ਿਤ ਕਰਨਾ, ਔਰਤਾਂ ਨੂੰ ਸਸ਼ਕਤ ਕਰਨਾ ਅਤੇ ਪ੍ਰਵਾਸੀ ਕਾਮਿਆਂ ਦੇ ਦਬਦਬੇ ਵਾਲੇ ਨਿੱਜੀ ਖੇਤਰ ਵਿੱਚ ਅਮੀਰਾਤੀ ਨਾਗਰਿਕਾਂ ਦੀ ਤੁਲਨਾ ਵਿੱਚ ਸੁਧਾਰ ਕਰਨਾ ਹੈ। ਮੰਤਰਾਲੇ ਨੇ ਇਹ ਵੀ ਕਿਹਾ ਕਿ ਇਸ ਦਾ ਇੱਕ ਪ੍ਰਬੰਧ ਕੰਪਨੀਆਂ ਨੂੰ ਆਪਣੇ ਕਰਮਚਾਰੀਆਂ ਦੇ ਪਾਸਪੋਰਟਾਂ ਨੂੰ ਜ਼ਬਰਦਸਤੀ ਨਾਲ ਬੰਨਣ ਤੋਂ ਰੋਕਦਾ ਹੈ। ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਜਦੋਂ ਇਹ ਕਾਨੂੰਨ ਲਾਗੂ ਹੋ ਜਾਵੇਗਾ, ਉਦੋਂ ਤੋਂ ਕੰਟਰੈਕਟ ਦੀ ਮਿਆਦ ਖਤਮ ਹੋਣ ਤੋਂ ਬਾਅਦ ਕਾਮਿਆਂ ਨੂੰ ਜ਼ਬਰਦਸਤੀ UAE ਨੂੰ ਛੱਡਣਾ ਨਹੀਂ ਪਏਗਾ। ਬਹੁਤ ਸਾਰੇ ਮਨੁੱਖੀ ਅਧਿਕਾਰ ਸਮੂਹਾਂ ਨੇ UAE ਵਿੱਚ ਲੇਬਰ ਸੁਧਾਰਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਲੜਾਈ ਲੜੀ ਹੈ, ਜਿਸ ਤੋਂ ਬਾਅਦ UAE ਨੇ ਇਹਨਾਂ ਕਾਨੂੰਨਾਂ ਵਿੱਚ ਸੁਧਾਰ ਕੀਤਾ ਹੈ। ਕੈਨੇਡਾ ਸਰਕਾਰ ਵੱਲੋਂ ਭਾਰਤ ਨਾਲ ਸਿੱਧਾ ਹਵਾਈ ਸੰਪਰਕ 5 ਮਹੀਨੇ ਬੰਦ ਰੱਖਣ ਵਰਗੇ ਸਖਤ ਫੈਸਲੇ ਵੀ ਭਾਰਤੀ ਲੋਕਾਂ ਦੇ ਹੌਸਲੇ ਪਸਤ ਨਹੀਂ ਕਰ ਸਕੇ ਅਤੇ ਇਸ ਸਾਲ ਕੈਨੇਡਾ ਦੀ PR ਲੈਣ ਦੇ ਮਾਮਲੇ ਵਿੱਚ ਭਾਰਤੀ ਨਵਾਂ ਰਿਕਾਰਡ ਕਾਇਮ ਕਰਨ ਜਾ ਰਹੇ ਨੇ। 2019 ਵਿੱਚ ਸਭ ਤੋਂ ਵੱਧ 84,000 ਭਾਰਤੀ ਨਾਗਰਿਕ ਕੈਨੇਡਾ ਦੇ ਪਰਮਾਨੈਂਟ ਰੈਜ਼ੀਡੈਂਟ ਬਣੇ ਸਨ, ਪਰ ਇਸ ਵਾਰ ਅਗਸਤ ਤੱਕ ਹੀ 70,000 ਦਾ ਅੰਕੜਾ ਪਾਰ ਹੋ ਗਿਆ ਅਤੇ 4 ਮਹੀਨਿਆਂ ਦੇ ਅੰਕੜੇ ਆਉਣੇ ਬਾਕੀ ਨੇ। PR ਲੈਣ ਵਾਲਿਆਂ ਵਿੱਚ ਭਾਰਤੀ ਨਾਗਰਿਕਾਂ ਦੀ ਗਿਣਤੀ ਵੱਧ ਹੋਣ ਦਾ ਮੁੱਖ ਕਾਰਨ ਕੈਨੇਡਾ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਚਲਾਈਆਂ ਵਿਸ਼ੇਸ਼ ਇਮੀਗ੍ਰੇਸ਼ਨ ਯੋਜਨਾਵਾਂ ਰਹੀਆਂ ਨੇ। ਇਹਨਾਂ ਯੋਜਨਾਵਾਂ ਅਧੀਨ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਵੱਲੋਂ ਕੈਨੇਡਾ ਵਿੱਚ ਮੌਜੂਦ ਵਿਦਿਆਰਥੀਆਂ ਅਤੇ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ PR ਦੇਣ ਦੀ ਤਰਜੀਹ ਦਿੱਤੀ ਗਈ ਹੈ। ਅਮਰੀਕਾ 'ਚ ਕੋਰੋਨਾ ਵਾਇਰਸ ਦੇ ਵਿਆਪਕ ਪ੍ਰਕੋਪ ਕਾਰਨ ਉੱਥੇ ਪੜ੍ਹਨ ਲਈ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਘੱਟ ਹੋਈ ਹੈ। 2020-21 ਦੇ ਵਿਦਿਅਕ ਸੈਸ਼ਨ ਵਿੱਚ ਪਿਛਲੇ ਸਾਲ ਦੇ ਮੁਕਾਬਲੇ 13% ਘੱਟ ਭਾਰਤੀ ਵਿਦਿਆਰਥੀ ਪੜ੍ਹਾਈ ਲਈ ਅਮਰੀਕਾ ਗਏ। ਇਹ ਜਾਣਕਾਰੀ ਪ੍ਰਕਾਸ਼ਿਤ ਹੋਈ ਇੰਸਟੀਚਿਊਟ ਆਫ ਇੰਟਰਨੈਸ਼ਨਲ ਐਜੂਕੇਸ਼ਨ ਦੀ ਰਿਪੋਰਟ ਵਿੱਚ ਦਿੱਤੀ ਗਈ ਹੈ। ਅਮਰੀਕੀ ਅਧਿਕਾਰੀਆਂ ਨੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਆਈ ਗਿਰਾਵਟ ਲਈ ਕੋਵਿਡ ਮਹਾਮਾਰੀ ਕਾਰਨ ਮੰਨਿਆ ਹੈ। ਬਾਵਜੂਦ ਇਸ ਦੇ ਦੁਨੀਆ ਭਰ ਦੇ ਵਿਦਿਆਰਥੀਆਂ ਲਈ ਅਮਰੀਕਾ ਹੁਣ ਵੀ ਪੜ੍ਹਾਈ ਲਈ ਪਹਿਲੀ ਪਸੰਦ ਵਾਲਾ ਦੇਸ਼ ਬਣਿਆ ਹੋਇਆ ਹੈ। ਅਮਰੀਕਾ 'ਚ ਪੜ੍ਹਨ ਵਾਲੇ ਵਿਦੇਸ਼ੀ ਵਿਦਿਆਰਥੀਆਂ 'ਚ ਭਾਰਤੀਆਂ ਦੀ ਗਿਣਤੀ ਦੂਜੇ ਨੰਬਰ ਤੇ ਹੈ। ਅਮਰੀਕਾ 'ਚ ਪੜ੍ਹਾਈ ਕਰ ਰਹੇ ਵਿਦੇਸ਼ੀ ਵਿਦਿਆਰਥੀਆਂ ਦੇ ਸਮੂਹ 'ਚ ਸਭ ਤੋਂ ਵੱਧ ਚੀਨ ਦੇ ਨੇ। ਇਹ ਓਪਨ ਡੋਰਸ ਸੰਸਥਾ ਦੀ 2021 ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ। ਨਵੀਂ ਦਿੱਲੀ ਸਥਿਤ ਅਮਰੀਕੀ ਦੂਤਘਰ ਦੇ ਸੀਨੀਅਰ ਅਧਿਕਾਰੀਆਂ ਨੇ ਸੋਮਵਾਰ ਨੂੰ ਵਿਦਿਆਰਥੀਆਂ ਦੀ ਗਿਣਤੀ ਨਾਲ ਸੰਸਥਾਵਾਂ ਦੀ ਇਹ ਰਿਪੋਰਟ ਮੀਡੀਆ ਨਾਲ ਸਾਂਝੀ ਕੀਤੀ। ਉਹਨਾਂ ਨੇ ਦੱਸਿਆ ਕਿ ਸਿਰਫ ਇਹਨਾਂ ਗਰਮੀਆਂ ਦੇ ਮੌਸਮ 'ਚ 62,000 ਤੋਂ ਵੱਧ ਲੋਕਾਂ ਲਈ ਸਟੂਡੈਂਟ ਵੀਜ਼ਾ ਜਾਰੀ ਕੀਤੇ ਗਏ। ਜਾਰੀ ਵੀਜ਼ਾ ਦੀ ਇਹ ਗਿਣਤੀ ਪਹਿਲਾਂ ਦੇ ਕਿਸੇ ਸਾਲ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਨੇ। ਜਾਰੀ ਵੀਜ਼ਾ ਦੇ ਮੁਕਾਬਲੇ 'ਚ ਘੱਟ ਵਿਦਿਆਰਥੀ ਭਾਰਤ ਤੋਂ ਅਮਰੀਕਾ ਗਏ। ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਵਿਦਿਆਰਥੀ ਅਮਰੀਕਾ 'ਚ ਪੜ੍ਹਾਈ ਦੇ ਇੱਛੁਕ ਨੇ, ਪਰ ਕੋਵਿਡ ਮਹਾਮਾਰੀ ਦੇ ਪ੍ਰਕੋਪ ਕਾਰਨ ਅਮਰੀਕਾ ਜਾਣ 'ਚ ਝਿਜਕ ਰਹੇ ਹਨ। ਅਮਰੀਕੀ ਦੂਤਘਰ 'ਚ ਸੱਭਿਆਚਾਰਕ ਤੇ ਸਿੱਖਿਆ ਮਾਮਲਿਆਂ ਦੇ ਸਲਾਹਕਾਰ ਐਂਥਨੀ ਮਿਰਾਂਡਾ ਮੁਤਾਬਕ ਇਸ ਤੋਂ ਪਹਿਲਾਂ ਪਤਾ ਲੱਗਦਾ ਹੈ ਕਿ ਅਮਰੀਕਾ 'ਚ ਪੜ੍ਹਾਈ ਬਾਰੇ ਵਿਦਿਆਰਥੀਆਂ ਦਾ ਨਜ਼ਰੀਆ ਹਾਂ ਪੱਖੀ ਹੈ। ਉਹਨਾਂ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦਾ ਅਸਰ ਪੂਰੀ ਦੁਨੀਆ 'ਚ ਪੜ੍ਹਾਈ ਤੇ ਵਿਦਿਆਰਥੀਆਂ ਦੀ ਆਵਾਜਾਈ ਤੇ ਪਿਆ। ਅਮਰੀਕਾ ਵੀ ਇਸ ਤੋਂ ਪ੍ਰਭਾਵਿਤ ਹੋਇਆ। ਇਸ ਕਾਰਨ ਦੁਨੀਆ ਦੇ ਦੇਸ਼ਾਂ 'ਚ ਪੜ੍ਹਾਈ ਲਈ ਅਮਰੀਕਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਘੱਟ ਹੋਈ। ਮਿਰਾਂਡਾ ਮੁਤਾਬਕ 2020-21 'ਚ ਅਮਰੀਕਾ ਜਾਣ ਵਾਲੇ ਕੁੱਲ ਭਾਰਤੀਆਂ ਦੀ ਗਿਣਤੀ 'ਚ ਜਿੱਥੇ 13% ਦੀ ਗਿਰਾਵਟ ਆਈ ਹੈ, ਉੱਥੇ ਅਮਰੀਕਾ ਪੁੱਜੇ ਕੁੱਲ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 15% ਘੱਟ ਹੋਈ ਹੈ। ਜ਼ਿਕਰਯੋਗ ਹੈ ਕਿ ਅਮਰੀਕਾ 'ਚ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀਆਂ ਦੀ ਕੁੱਲ ਗਿਣਤੀ 91,04,000 ਤੋਂ ਵੱਧ ਹੈ। ਇਹਨਾਂ 'ਚ ਭਾਰਤੀ ਵਿਦਿਆਰਥੀ ਲਗਭਗ 20% ਹਨ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਸਾਰੀਆਂ ਘਰੇਲੂ ਉਡਾਣਾਂ 'ਚ ਏਅਰਲਾਈਨਸ ਨੂੰ ਖਾਣਾ ਪਰੋਸਣ ਦੀ ਆਗਿਆ ਦੇ ਦਿੱਤੀ ਗਈ ਹੈ। ਕੋਵਿਡ-19 ਮਹਾਮਾਰੀ ਕਾਰਨ 15 ਅਪ੍ਰੈਲ ਤੋਂ ਏਅਰਲਾਈਨਸ ਨੂੰ ਉਹਨਾਂ ਉਡਾਣਾਂ 'ਚ ਖਾਣਾ ਪਰੋਸਣ ਦੀ ਆਗਿਆ
ਨਹੀਂ ਸੀ, ਜਿਨ੍ਹਾਂ ਦੀ ਮਿਆਦ 2 ਘੰਟਿਆਂ ਤੋਂ ਘੱਟ ਹੈ। ਮੰਤਰਾਲੇ ਨੇ 에ਅਰਲਾਈਨਸ ਨੂੰ ਘਰੇਲੂ ਖੇਤਰਾਂ 'ਚ ਸੰਚਾਲਿਤ ਉਡਾਣਾਂ ਦੌਰਾਨ ਯਾਤਰੀਆਂ ਲਈ ਮੈਗਜ਼ੀਨ ਤੇ ਪੜ੍ਹਨ ਸਮੱਗਰੀ ਨੂੰ ਮੁੜ ਸ਼ੁਰੂ ਕਰਨ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ। रूस ने मंगलवार ਨੂੰ ਕਿਹਾ ਕਿ ਉਹ 1 ਦਸੰਬਰ ਤੋਂ ਅਰਜਨਟੀਨਾ, ਬੰਗਲਾਦੇਸ਼, ਬ੍ਰਾਜ਼ੀਲ, ਕੋਸਟਾਰੀਕਾ ਅਤੇ ਮੰਗੋਲੀਆ ਲਈ ਹਵਾਈ ਯਾਤਰਾ ਫਿਰ ਤੋਂ ਸ਼ੁਰੂ ਕਰੇਗਾ। रूस ने अपने कोविड-19 ਦੇ ਮਾਮਲੇ 'ਚ ਵਾਧੇ ਦਰਮਿਆਨ ਇਹ ਫੈਸਲਾ ਕੀਤਾ ਹੈ। ਦੇਸ਼ ਦੇ ਸਰਕਾਰੀ ਕੋਰੋਨਾ ਵਾਇਰਸ ਟਾਸਕ ਫੋਰਸ ਨੇ ਕਿਹਾ ਕਿ रूस, क्यूबा, मैक्सिको ਅਤੇ ਕਤਰ ਲਈ ਉਡਾਣਾਂ ਤੇ ਬਾਕੀ ਬਚੀਆਂ ਪਾਬੰਦੀਆਂ ਵੀ ਹਟਾ ਦੇਗਾ ਅਤੇ 1 ਦਸੰਬਰ ਤੋਂ ਇਟਲੀ, ਕਿਰਗਿਸਤਾਨ, ਕਾਜ਼ਕਿਸਤਾਨ, ਅਜ਼ਰਬੈਜਾਨ ਅਤੇ ਵੀਅਤਨਾਮ ਲਈ ਉਡਾਣਾਂ ਦੀ ਗਿਣਤੀ ਵਿੱਚ ਵਾਧਾ ਕਰੇਗਾ। ਕੁੱਲ ਮਿਲਾ ਕੇ रूस ਨੇ ਹੁਣ ਤੱਕ 60 ਤੋਂ ਜ਼ਿਆਦਾ ਉਡਾਣਾਂ ਫਿਰ ਤੋਂ ਸ਼ੁਰੂ ਕਰ ਦਿੱਤੀਆਂ ਨੇ। ਟਾਸਕ ਫੋਰਸ ਨੇ रूस 'ਚ ਮੰਗਲਵਾਰ ਨੂੰ ਕੋਵਿਡ-19 ਦੇ 36,818 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਅਤੇ ਮਹਾਮਾਰੀ ਨਾਲ 1,240 ਹੋਰ ਲੋਕਾਂ ਦੀ ਮੌਤ ਦੀ ਸੂਚਨਾ ਦਿੱਤੀ ਹੈ। फौजी शासित म्यांमार च करीब 6 महीने जेल च बिताउण तो बाद अमेरिकी पत्रकार डैनी फेनेस्टर मंगलवार नूं वापस अमेरिका पहुंच गए। फेनेस्टर नूं पिछले हफ्ते 11 साल की सख्त कैद की सजा सुनाई गई सी। उन्होंने सोमवार नूं साबका अमेरिकी डिप्लोमैट बिल रिचर्ड्स नूं सौंप दिता गया, जिन्हां ने रिहाई ते विचोलगी च मदद की। फरवरी च नोबल पुरस्कार जेतू आंग सान सू ची दी चुनी हुई सरकार नूं फौज ਵੱਲੋਂ सत्ता तो बेदखल करन तो बाद 100 ਤੋਂ ਜ਼ਿਆਦਾ ਪੱਤਰਕਾਰਾਂ, ਮੀਡੀਆ ਨਾਲ ਜੁੜੇ ਅਧਿਕਾਰੀਆਂ ਜਾਂ ਪ੍ਰਕਾਸ਼ਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਤੇ ਫੈਂਸਟਰ ਵੀ ਉਹਨਾਂ 'ਚ ਸ਼ਾਮਲ ਸਨ। ਨਿਊਯਾਰਕ ਪਹੁੰਚਣ ਤੇ ਫੈਂਸਟਰ ਨੇ ਕਿਹਾ ਕਿ ਘਰ ਵਾਪਸੀ ਤੇ ਉਹਨਾਂ ਨੂੰ ਭਰੋਸਾ ਨਹੀਂ ਹੋ ਰਿਹਾ। ਉਹਨਾਂ ਨੇ ਕਿਹਾ ਕਿ ਇਹ ਕਾਫੀ ਲੰਬਾ ਸਮਾਂ ਰਿਹਾ, ਇੱਕ ਅਜਿਹਾ ਪਲ ਜਿਸ ਬਾਰੇ ਮੈਂ ਇੰਨੇ ਲੰਬੇ ਸਮੇਂ ਤੋਂ ਕਲਪਨਾ ਕਰ ਰਿਹਾ ਸੀ। ਮੈਂ ਜੋ ਕੁਝ ਵੀ ਕਲਪਨਾ ਕੀਤੀ ਸੀ ਉਹ ਸਾਰਾ ਕੁਝ ਗੁਜ਼ਰ ਚੁੱਕਿਆ ਹੈ। ਫੈਂਸਟਰ ਦੇ ਪਹੁੰਚਣ ਤੇ ਉਹਨਾਂ ਦੀ ਮਾਂ ਰੋਜ਼ ਨੂੰ ਉਹਨਾਂ ਨੇ ਗਲੇ ਨਾਲ ਲਗਾ ਲਿਆ। ਫੈਂਸਟਰ ਨੇ ਆਪਣੇ ਵਕੀਲ ਨੂੰ ਕਿਹਾ ਸੀ ਕਿ ਉਹਨਾਂ ਨੂੰ ਲੱਗ ਰਿਹਾ ਹੈ ਕਿ ਉਹ ਕੋਰੋਨਾ ਵਾਇਰਸ ਨਾਲ ਇਨਫੈਕਟਡ ਹੋ ਗਏ ਨੇ, ਪਰ ਜੇਲ੍ਹ ਅਧਿਕਾਰੀਆਂ ਨੇ ਇਸ ਤੋਂ ਇਨਕਾਰ ਕੀਤਾ ਸੀ। ਸੋਮਵਾਰ ਨੂੰ ਉਹ ਕਤਰ ਰਾਹੀਂ ਯਾਤਰਾ ਕਰਕੇ ਪਹੁੰਚੇ ਸਨ। ਫੈਂਸਟਰ ਨੇ ਕਿਹਾ ਕਿ ਉਹ ਸਿਹਤਮੰਦ ਹਨ ਅਤੇ ਹਿਰਾਸਤ ਵਿੱਚ ਉਹਨਾਂ ਨੂੰ ਤਸੀਹੇ ਨਹੀਂ ਦਿੱਤੇ ਗਏ। BC ਵਿੱਚ ਸ਼ਨੀਵਾਰ, ਐਤਵਾਰ ਅਤੇ ਸੋਮਵਾਰ ਨੂੰ ਹੋਈ ਭਾਰੀ ਬਾਰਿਸ਼ ਅਤੇ ਤੇਜ਼ ਹਵਾਵਾਂ ਕਾਰਨ ਕੁਝ ਇਲਾਕਿਆਂ ਵਿੱਚ ਹੜ੍ਹ ਆ ਗਏ ਹਨ ਅਤੇ ਲੋਕਾਂ ਨੂੰ ਘਰ ਖਾਲੀ ਕਰਨ ਲਈ ਮਜਬੂਰ ਹੋਣਾ ਪਿਆ। ਵੀਕਐਂਡ ਦੌਰਾਨ ਇਸ ਇਲਾਕੇ ਵਿੱਚ 180 ਤੋਂ 250 ਮਿਲੀਮੀਟਰ ਤੱਕ ਵਰਖਾ ਰਿਕਾਰਡ ਹੋਈ ਹੈ। 7000 ਦੀ ਆਬਾਦੀ ਵਾਲਾ ਮੈਰਿਟ ਸ਼ਹਿਰ ਭਾਰੀ ਵਰਖਾ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਸਾਰਾ ਸ਼ਹਿਰ ਪਾਣੀ ਵਿੱਚ ਡੁੱਬਿਆ ਹੋਇਆ ਹੈ। ਲੋਕਾਂ ਨੂੰ ਘਰਾਂ ਚੋਂ ਕੱਢ ਕੇ ਕੈਮਲੂਪਸ, ਕਲੋਨਾ ਅਤੇ ਹੋਰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਹੈ। ਮਿਸ਼ਨ ਦੇ ਵੀ ਕੁਝ ਹਿੱਸਿਆਂ ਵਿੱਚ ਲੋਕਾਂ ਦੇ ਘਰਾਂ ਵਿੱਚ ਪਾਣੀ ਭਰ ਗਿਆ ਹੈ। ਐਬਸਟਫੋਰਡ ਦੇ ਮੇਅਰ ਹੈਨਰੀ ਬ੍ਰਾਊਨ ਨੇ ਸ਼ਹਿਰ ਵਿੱਚ ਲੋਕਲ ਸਟੇਟ ਆਫ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਅਤੇ ਐਬਸਟਫੋਰਡ ਦੇ ਕੁਝ ਘਰਾਂ ਨੂੰ ਖਾਲੀ ਕਰਨ ਦੇ ਵੀ ਨਿਰਦੇਸ਼ ਜਾਰੀ ਕੀਤੇ ਗਏ ਨੇ। ਚਿਲੀਵਾਕ ਸਕੂਲ ਡਿਸਟ੍ਰਿਕਟ ਵੱਲੋਂ ਨੋਟਿਸ ਜਾਰੀ ਕਰਕੇ ਹੜ੍ਹਾਂ ਦੇ ਖੇਤਰ ਕਾਰਨ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਨੇ। ਮਿਸ਼ਨ ਵਿੱਚ ਵੀ ਸਕੂਲ ਬੰਦ ਕਰ ਦਿੱਤੇ ਗਏ ਨੇ। ਹੜ੍ਹਾਂ ਕਾਰਨ ਹੋਪ ਤੋਂ ਅੱਗੇ ਹਾਈਵੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ। ਹਾਈਵੇ ਬੰਦ ਹੋਣ ਕਾਰਨ ਲਗਭਗ 500 ਟਰੱਕ ਇਸ ਰਸਤੇ ਵਿੱਚ ਫਸ ਗਏ ਹਨ ਅਤੇ ਕਈ ਪਰਿਵਾਰ ਵੀ ਆਪਣੀਆਂ ਕਾਰਾਂ ਸਮੇਤ ਇਸ ਇਲਾਕੇ ਵਿੱਚ ਘਿਰ ਗਏ ਹਨ। ਇਹਨਾਂ ਟਰੱਕ ਡਰਾਈਵਰਾਂ ਅਤੇ ਹੋਰ ਫਸੇ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਸਰਕਾਰੀ ਏਜੰਸੀਆਂ, ਪੁਲਿਸ ਤੋਂ ਇਲਾਵਾ ਲੋਕਾਂ ਵੱਲੋਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ BC ਦੇ ਦੱਖਣੀ ਤੱਟ ਦੇ ਇਲਾਕੇ ਵਿੱਚ ਮੀਂਹ ਕਾਰਨ ਬਣੇ ਹਾਲਾਤ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਮੈਰਿਟ ਅਤੇ BC ਦੇ ਹੋਰ ਇਲਾਕਿਆਂ ਵਿੱਚ ਹੜ੍ਹਾਂ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਸੁਰੱਖਿਆ ਲਈ ਫੈਡਰਲ ਸਰਕਾਰ ਵੱਲੋਂ ਸੂਬੇ ਦੀ ਹਰ ਪ੍ਰਕਾਰ ਦੀ ਮਦਦ ਕੀਤੀ ਜਾਏਗੀ। ਉਹਨਾਂ ਨੇ ਕਿਹਾ ਕਿ ਇਸ ਮੁਸ਼ਕਲ ਘੜੀ ਵਿੱਚ ਫੈਡਰਲ ਸਰਕਾਰ ਪੂਰੀ ਤਰ੍ਹਾਂ ਸੂਬੇ ਦੇ ਨਾਲ ਹੈ। ਅਮਰੀਕਾ ਦੇ ਉੱਤਰੀ ਮਿਸ਼ੀਗਨ ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਪਾਇਲਟ ਅਤੇ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ। ਪਿਛਲੇ 3 ਦਿਨਾਂ ਵਿੱਚ ਇਸ ਇਲਾਕੇ ਵਿੱਚ ਹੋਇਆ ਇਹ ਦੂਜਾ ਹਾਦਸਾ ਹੈ। ਪੁਲਿਸ ਨੇ ਸੋਮਵਾਰ ਨੂੰ ਦੱਸਿਆ ਕਿ ਪਾਇਲਟ ਕੈਨੇਥ ਡੈਨੀਅਲ ਯਾਟ ਅਤੇ 21 ਸਾਲਾ ਯਾਤਰੀ ਕਾਰਬਨ ਡੈਨਿਸ ਕੈਨੇਡੀ ਚਾਰਲੇਵੋਇਕਸ ਕਾਉਂਟੀ ਦੀ ਮੈਲਰੌਸ ਟਾਊਨਸ਼ਿਪ ਵਿੱਚ ਜੰਗੀ ਇਲਾਕੇ ਵਿੱਚ ਬੀਚ ਕ੍ਰਾਫਟ ਕਿੰਗ 에ਅਰ ਜਹਾਜ਼ ਵਿੱਚ ਸੋਮਵਾਰ ਦੁਪਹਿਰ ਨੂੰ ਮ੍ਰਿਤਕ ਮਿਲੇ। ਉਹਨਾਂ ਨੇ ਦੱਸਿਆ ਕਿ ਹਾਦਸੇ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਫੈਡਰਲ ਐਵੀਏਸ਼ਨ ਪ੍ਰਸ਼ਾਸਨ ਅਤੇ ਨੈਸ਼ਨਲ ਟਰਾਂਸਪੋਰਟ ਸੁਰੱਖਿਆ ਬੋਰਡ ਹਾਦਸੇ ਦੀ ਜਾਂਚ ਕਰ ਰਹੇ ਨੇ। FAA ਦੇ ਇੱਕ ਬਿਆਨ ਮੁਤਾਬਕ ਮਿਸ਼ੀਗਨ ਦੇ ਬੀਵਰ ਟਾਪੂ ਤੇ ਸ਼ਨੀਵਾਰ ਨੂੰ ਹੋਏ ਜਹਾਜ਼ ਹਾਦਸੇ ਵਿੱਚ ਵੀ 4 ਲੋਕ ਮਾਰੇ ਗਏ ਸਨ।
ਅਫਗਾਨ ਇਵੇਕ ਕੋalition ਦੇ ਮੈਂਬਰਾਂ ਨੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਵੀਡੀਓ ਕਾਲ ਜ਼ਰੀਏ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਅਫਗਾਨਿਸਤਾਨ ਤੋਂ ਲੱਖਾਂ ਲੋਕਾਂ ਨੂੰ ਕੱਢਣ ਵਿੱਚ ਮਦਦ ਲਈ ਵਾਧੂ ਸਰੋਤ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ। ਅਫਗਾਨਿਸਤਾਨ ਵਿੱਚ ਤਾਲਿਬਾਨ ਸ਼ਾਸਕਾਂ ਦੇ ਨਿਸ਼ਾਨੇ ਤੇ ਆਉਣ ਵਾਲੇ ਸੰਭਾਵਿਤ ਲੋਕਾਂ ਨੂੰ ਕੱਢਣ ਲਈ ਕੰਮ ਕਰ ਰਹੇ ਸੰਗਠਨਾਂ ਦੇ ਇੱਕ ਗੱਠਜੋੜ ਨੇ ਦੇਸ਼ ਵਿੱਚ ਸਥਿਤੀ ਹੋਰ ਵਿਗੜਨ ਤੋਂ ਬਾਅਦ ਸੋਮਵਾਰ ਨੂੰ ਅਮਰੀਕੀ ਸਰਕਾਰ ਅਤੇ ਹੋਰ ਦੇਸ਼ਾਂ ਤੋਂ ਜ਼ਿਆਦਾ ਮਦਦ ਦੇਣ ਦੀ ਅਪੀਲ ਕੀਤੀ ਹੈ। ਅਮਰੀਕੀ ਸੈਨਿਕਾਂ ਦੀ ਵਾਪਸੀ ਤੋਂ ਬਾਅਦ ਅਫਗਾਨਿਸਤਾਨ ਹੁਣ ਇੱਕ ਨਾਜ਼ੁਕ ਸੁਰੱਖਿਆ ਸਥਿਤੀ ਦੇ ਨਾਲ-ਨਾਲ ਡੂੰਘੇ ਆਰਥਿਕ ਅਤੇ ਮਨੁੱਖੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਗੱਠਜੋੜ ਦੇ ਮੈਂਬਰਾਂ ਨੇ ਬਾਅਦ ਵਿੱਚ ਕਿਹਾ ਕਿ ਉਹ ਵਿਦੇਸ਼ ਵਿਭਾਗ ਵੱਲੋਂ ਹੁਣ ਤੱਕ ਕੀਤੇ ਗਏ ਕੰਮਾਂ ਲਈ ਸ਼ੁਕਰਗੁਜ਼ਾਰ ਹਨ, ਜਿਸ ਵਿੱਚ ਅਮਰੀਕੀ ਨਾਗਰਿਕਾਂ ਅਤੇ ਵਸਨੀਕਾਂ ਦੀ ਵਾਪਸੀ ਤੋਂ ਬਾਅਦ ਨਿਕਾਸੀ ਉਡਾਣਾਂ ਦਾ ਪ੍ਰਬੰਧ ਕਰਨ ਵਿੱਚ ਮਦਦ ਸ਼ਾਮਲ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਸਹਾਇਤਾ ਦੀ ਜ਼ਰੂਰਤ ਹੋਏਗੀ। ਅਫਗਾਨਿਸਤਾਨ ਵਿੱਚ ਇੱਕ ਮਹੀਨੇ ਵਜੋਂ ਸੇਵਾ ਕਰ ਚੁੱਕੇ ਹੁਣ ਗੱਠਜੋੜ ਦੇ ਮੈਂਬਰ ਟੀਮ ਅਮਰੀਕਾ ਨਾਲ ਕੰਮ ਕਰ ਰਹੇ ਨੇ। ਪੀਟਰ ਲੂਸੀਅਰ ਨੇ ਕਿਹਾ, ਵਿਦੇਸ਼ ਵਿਭਾਗ ਲਈ ਵੀ ਕਾਫੀ ਕੰਮ ਕਰਨਾ ਕਾਫੀ ਨਹੀਂ ਹੈ, ਸਾਨੂੰ ਸਾਰੇ ਸਰਕਾਰੀ ਹੱਲਾਂ ਦੀ ਲੋੜ ਹੈ। ਅਸੀਂ ਚਾਹੁੰਦੇ ਹਾਂ ਕਿ ਅੰਤਰਰਾਸ਼ਟਰੀ ਭਾਈਚਾਰੇ ਮਦਦ ਵਧਾਉਣ ਅਤੇ ਸਾਨੂੰ ਜਿੰਨੀ ਜਲਦੀ ਹੋ ਸਕੇ ਇਸ ਦੀ ਲੋੜ ਹੈ। ਉਹਨਾਂ ਨੇ ਅੱਗੇ ਕਿਹਾ, ਸਰਦੀਆਂ ਆ ਰਹੀਆਂ ਨੇ, ਉੱਥੇ ਪਹਿਲਾਂ ਹੀ ਅਕਾਲ ਦੀ ਸਥਿਤੀ ਬਣੀ ਹੋਈ ਹੈ। ਨਿੱਜੀ ਸੰਗਠਨਾਂ ਖਾਸ ਤੌਰ ਤੇ ਸਾਬਕਾ ਸੈਨਿਕਾਂ ਦੇ ਭਾਈਚਾਰਿਆਂ ਨੇ ਅਮਰੀਕਾ ਦੇ ਸਭ ਤੋਂ ਲੰਬੇ ਯੁੱਧ ਨੂੰ ਖਤਮ ਕਰਨ ਅਤੇ ਅਫਗਾਨਿਸਤਾਨ ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਤੋਂ ਹਜ਼ਾਰਾਂ ਅਫਗਾਨ ਲੋਕਾਂ ਨੂੰ ਕੱਢਣ ਅਤੇ ਮੁੜ ਵਸੇਬੇ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਅਮਰੀਕਾ ਵਿੱਚ ਗਨ ਕਲਚਰ ਦੇ ਕਾਰਨ ਸਮਾਜ ਵਿੱਚ ਹਿੰਸਾ ਤੇ ਲਗਾਮ ਨਹੀਂ ਲੱਗ ਰਹੀ। ਬੰਦੂਕ ਖਰੀਦਣ ਦੇ ਲਈ ਬਕਾਇਦਾ ਲਾਇਸੈਂਸ ਲੈਣ ਦੀ ਕਵਾਇਦ ਕਰਨੀ ਪੈਂਦੀ ਹੈ, ਲੇਕਿਨ ਅਮਰੀਕੀ ਕਾਨੂੰਨ ਦੇ ਅਨੁਸਾਰ ਬੰਦੂਕ ਦੇ ਕਲਪੁਰਜ਼ਿਆਂ ਨੂੰ ਬਿਨਾਂ ਕਿਸੇ ਲਾਇਸੈਂਸ ਦੇ ਖਰੀਦਿਆ ਜਾ ਸਕਦਾ ਹੈ। ਹੁਣ ਅਪਰਾਧੀ ਅਤੇ ਇੱਥੋਂ ਤੱਕ ਕਿ ਬੱਚੇ ਵੀ ਆਨਲਾਈਨ ਆਰਡਰ ਦੇ ਕੇ ਬੰਦੂਕਾਂ ਦੇ ਕਲਪੁਰਜ਼ਿਆਂ ਨੂੰ ਮੰਗਵਾ ਰਹੇ ਨੇ। ਇਹਨਾਂ ਕਲਪੁਰਜ਼ਿਆਂ ਨੂੰ ਮੰਗਵਾ ਕੇ ਘਰਾਂ ਵਿੱਚ ਹੀ ਬੰਦੂਕ ਅਸੈਂਬਲ ਕੀਤੀ ਜਾਂਦੀ ਹੈ। ਅਲੱਗ ਕਲਪੁਰਜ਼ਿਆਂ ਦੇ ਕਾਰਨ ਇਹਨਾਂ ਦਾ ਕੋਈ ਸੀਰੀਅਲ ਨੰਬਰ ਵੀ ਨਹੀਂ ਹੁੰਦਾ। ਅਜਿਹੇ ਵਿੱਚ ਇਹਨਾਂ ਬੰਦੂਕਾਂ ਦਾ ਪਤਾ ਨਹੀਂ ਕੀਤਾ ਜਾ ਸਕਦਾ ਕਿ ਇਹਨਾਂ ਦਾ ਮਾਲਕ ਕੌਣ ਹੈ। ਇਸ ਪ੍ਰਕਾਰ ਨਾਲ ਅਸੈਂਬਲ ਕਰਕੇ ਬਣਾਈ ਗਈ ਬੰਦੂਕ ਨੂੰ ਕੋਸਟ ਗਨ ਕਿਹਾ ਜਾਂਦਾ ਹੈ, ਜਾਨੀ ਇਹਨਾਂ ਕਿਸੇ ਵੀ ਤਰ੍ਹਾਂ ਨਾਲ ਟਰੈਕ ਨਹੀਂ ਕੀਤਾ ਜਾ ਸਕਦਾ। ਕੈਲੀਫੋਰਨੀਆ ਦੇ ਪੁਲਿਸ ਕਰਮੀ ਪੌਲ ਫਿਲਿਪਸ ਦਾ ਕਹਿਣਾ ਹੈ ਕਿ ਪਿਛਲੇ 18 ਮਹੀਨਿਆਂ ਦੌਰਾਨ ਇਸ ਤਰ੍ਹਾਂ ਦੀ ਕੋਸਟ ਗਨ ਵੱਡੀ ਗਿਣਤੀ ਵਿੱਚ ਪਾਈ ਗਈ ਹੈ। ਕ੍ਰਾਈਮ ਸੀਨ ਤੇ ਪਾਏ ਜਾਣ ਵਾਲੇ ਹਥਿਆਰਾਂ ਵਿੱਚੋਂ 50% ਤੱਕ ਹੀ ਨਾਜਾਇਜ਼ ਹਥਿਆਰ ਹੀ ਹੁੰਦੇ ਨੇ। ਪੁਲਿਸ ਨੇ 25,000 ਅਜਿਹੀ ਬੰਦੂਕ ਜ਼ਬਤ ਕੀਤੀ ਹੈ। ਅਪਰਾਧੀਆਂ ਨੂੰ ਬੰਦੂਕ ਦਾ ਲਾਇਸੈਂਸ ਨਹੀਂ ਦੇਣ ਦੇ ਲਈ ਅਮਰੀਕਾ ਵਿੱਚ ਕਾਨੂੰਨ ਹੈ, ਲੇਕਿਨ ਕਲਪੁਰਜ਼ਿਆਂ ਦਾ ਆਨਲਾਈਨ ਆਰਡਰ ਕੋਈ ਵੀ ਦੇ ਸਕਦਾ ਹੈ। ਇਸ ਤਰ੍ਹਾਂ ਬਣਾਈ ਗਈ ਬੰਦੂਕ ਨੂੰ ਤਾਂ ਬੰਦੂਕ ਦੀ ਸ਼੍ਰੇਣੀ ਵਿੱਚ ਹੀ ਨਹੀਂ ਰੱਖਿਆ ਜਾਂਦਾ। ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਚੋਣਾਂ ਦੌਰਾਨ ਗਨ ਕਲਚਰ ਤੇ ਰੋਕ ਦਾ ਵਾਅਦਾ ਕੀਤਾ ਸੀ, ਲੇਕਿਨ ਇਸ ਤੇ ਕੋਈ ਪਹਿਲ ਨਹੀਂ ਕੀਤੀ ਜਾ ਸਕੀ ਹੈ। ਆਨਲਾਈਨ ਕਲਪੁਰਜ਼ਿਆਂ ਦੀ ਗਿਣਤੀ ਤੇ ਕੋਈ ਲਗਾਮ ਨਹੀਂ। ਕੈਲੀਫੋਰਨੀਆ ਵਿੱਚ ਰਹਿਣ ਵਾਲਾ 7ਵੀਂ ਕਲਾਸ ਵਿੱਚ ਪੜ੍ਹਨ ਵਾਲਾ ਮੈਕਸ ਜੁਲਾਈ ਵਿੱਚ ਅਜਿਹੀ ਹੀ ਅਸੈਂਬਲ ਕੀਤੀ ਗਈ ਬੰਦੂਕ ਨਾਲ ਮਾਰਿਆ ਗਿਆ ਸੀ। ਪੁਲਿਸ ਨੇ ਉਸ ਦੀ ਲਾਸ਼ ਦੇ ਕੋਲ ਤੋਂ ਕੋਸਟ ਗਨ ਬਰਾਮਦ ਕੀਤੀ ਸੀ। ਪੁਲਿਸ ਨੇ ਦੇਖਿਆ ਕਿ ਉਸ ਗਨ ਦੇ ਕੋਈ ਵੀ ਨੰਬਰ ਨਹੀਂ ਸੀ। ਮੈਕਸ ਦੀ ਮੌਤ ਤੋਂ ਬਾਅਦ ਅਮਰੀਕਾ ਵਿੱਚ ਕੋਸਟ ਗਨ ਤੇ ਪ੍ਰਭਾਵੀ ਪਾਬੰਦੀਆਂ ਨੂੰ ਲੈ ਕੇ ਵੱਡੀ ਬਹਿਸ ਛਿੜੀ ਹੋਈ ਹੈ। ਘਟਨਾ ਕੈਨੇਡਾ ਦੇ ਮਿਸੀਸਾਗਾ ਸ਼ਹਿਰ ਤੋਂ ਸਾਹਮਣੇ ਆਈ, ਜਿੱਥੇ ਇੱਕ ਮਹਿਲਾ ਨਾਲ ਕੁੱਟਮਾਰ ਕਰਨ ਤੇ ਉਸ ਕੋਲੋਂ ਗੱਡੀ ਖੋਹਣ ਦੇ ਦੋਸ਼ ਹੇਠ ਇੱਕ ਪੰਜਾਬੀ ਸਣੇ ਬਰੈਂਪਟਨ ਦੇ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਦੀ ਪਛਾਣ ਮਹਿਕਾਸ ਸੋਹਲ ਤੇ ਹਮਸ਼ਾ ਸਾਹਜ ਵੱਲੋਂ ਹੋਈ ਹੈ। ਕਿ ਇਹ ਪੂਰਾ ਮਾਮਲਾ ਤੁਹਾਨੂੰ ਦੱਸਦੇ ਹਾਂ। ਪੀਲ ਰੀਜਨਲ ਪੁਲਿਸ ਨੇ ਦੱਸਿਆ ਹੈ ਕਿ ਬੀਤੇ ਸ਼ੁੱਕਰਵਾਰ ਨੂੰ ਸ਼ਾਮੀ 5 ਵਜੇ ਇੱਕ ਮਹਿਲਾ ਆਪਣੇ ਛੋਟੇ ਬੱਚੇ ਨਾਲ ਆਪਣੀ ਗੱਡੀ ਵਿੱਚ ਮਿਸੀਸਾਗਾ ਦੇ ਬ੍ਰੇਡਨ ਬੁਲੇਵਾਰਡ ਅਤੇ 에ਅਰਪੋਰਟ ਰੋਡ ਖੇਤਰ ਵਿੱਚ ਪੈਂਦੇ ਇੱਕ ਫਾਸਟ ਫੂਡ ਰੈਸਟੋਰੈਂਟ ਵਿੱਚ ਗਈ। ਜਦੋਂ ਆਪਣੀ ਗੱਡੀ 'ਚ ਉਤਰ ਕੇ ਰੈਸਟੋਰੈਂਟ ਵੱਲ ਜਾਣ ਲੱਗੀ ਤਾਂ ਉੱਥੋਂ 2 ਨੌਜਵਾਨ ਆਏ, ਜਿਨ੍ਹਾਂ ਨੇ ਪਹਿਲਾਂ ਤਾਂ ਉਸ ਔਰਤ ਨਾਲ ਕੁੱਟਮਾਰ ਕੀਤੀ ਤੇ ਫਿਰ ਉਸ ਦੀ ਗੱਡੀ ਖੋਹ ਲਈ। ਇਸੇ ਦੌਰਾਨ ਇੱਕ ਰਾਹਗੀਰ ਉੱਥੇ ਆਇਆ, ਜਿਸਨੇ ਫੁਰਤੀ ਦਿਖਾਉਂਦੇ ਹੋਏ ਕਾਰ ਦੀ ਪਿਛਲੀ ਸੀਟ ਤੋਂ ਬੱਚਾ ਬਾਹਰ ਕੱਢ ਲਿਆ। ਇਸ ਮਗਰੋਂ ਉਹ ਦੋਵੇਂ ਲੁਟੇਰੇ ਗੱਡੀ ਲੈ ਕੇ ਫਰਾਰ ਹੋ ਗਏ। ਸ਼ਾਂਤੀ ਦਾ ਸੰਦੇਸ਼ ਦਿੰਦੇ ਹੋਏ ਪਾਕਿਸਤਾਨ ਸਰਕਾਰ ਨੇ 4 ਸਾਲ ਤੋਂ ਜੇਲ੍ਹ ਵਿੱਚ ਬੰਦ 20 ਮਛੇਰਿਆਂ ਨੂੰ ਛੱਡ ਕੇ ਭਾਰਤ ਭੇਜ ਦਿੱਤਾ। ਸੋਮਵਾਰ ਦੇਰ ਸ਼ਾਮ ਸਾਰੇ ਮਛੇਰੇ ਟਾਰੀ ਬਾਰਡਰ ਤੋਂ ਭਾਰਤੀ ਸਰਹੱਦ ਵਿੱਚ ਦਾਖਲ ਹੋਏ। ਛੱਡੇ ਗਏ ਜ਼ਿਆਦਾਤਰ ਮਛੇਰੇ ਗੁਜਰਾਤ ਦੇ ਨੇ। ਮੱਛੀਆਂ ਫੜਦੇ ਸਮੇਂ ਇੱਕ ਗਲਤੀ ਨਾਲ ਪਾਕਿਸਤਾਨ ਦੀ ਸਮੁੰਦਰੀ ਸਰਹੱਦ ਵਿੱਚ ਚਲੇ ਗਏ ਸੀ। ਇੱਕ ਰਿਪੋਰਟ ਅਨੁਸਾਰ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ 588 ਭਾਰਤੀ ਬੰਦ ਨੇ। ਇਹਨਾਂ ਵਿੱਚੋਂ ਜ਼ਿਆਦਾਤਰ ਮਛੇਰੇ ਨੇ। ਜ਼ਿਆਦਾਤਰ ਕਰਾਚੀ ਦੀ ਜੇਲ੍ਹ ਵਿੱਚ ਬੰਦ ਨੇ। ਹਰ ਸਾਲ ਭਾਰਤ ਅਤੇ ਪਾਕਿਸਤਾਨ ਆਪਣੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਛੱਡ ਕੇ ਸ਼ਾਂਤੀ ਦਾ ਸੰਦੇਸ਼ ਦਿੰਦੇ ਨੇ। ਇਹ ਪ੍ਰਕਿਰਿਆ ਸਾਲ ਵਿੱਚ 2 ਵਾਰ ਦੁਹਰਾਈ ਜਾਂਦੀ ਹੈ। ਇਸ ਸਾਲ ਦੇ ਸ਼ੁਰੂ ਵਿੱਚ ਵੀ ਪਾਕਿਸਤਾਨ ਨੇ 20 ਮਛੇਰਿਆਂ ਨੂੰ ਛੱਡਿਆ ਸੀ। ਇਸ ਤੋਂ ਪਹਿਲਾਂ ਅਪ੍ਰੈਲ 2019 ਵਿੱਚ 100 ਭਾਰਤੀ ਮਛੇਰਿਆਂ ਨੂੰ ਛੱਡਿਆ ਗਿਆ ਸੀ।
ਕੋਰੋਨਾ ਦੇ ਕਾਰਨ 2020 ਵਿੱਚ ਕੌਮਾਂਤਰੀ ਬਾਰਡਰ ਨੂੰ ਬੰਦ ਕਰ ਦਿੱਤਾ ਗਿਆ। ਇਸ ਕਾਰਨ ਦੋਵੇਂ ਦੇਸ਼ਾਂ ਨੇ 2020 ਵਿੱਚ ਕਿਸੇ ਵੀ ਕੈਦੀ ਨੂੰ ਨਹੀਂ ਛੱਡਿਆ। ਜਾਣਕਾਰੀ ਅਨੁਸਾਰ ਭਾਰਤ ਦੇ ਇਹ ਮਛੇਰੇ 4 ਸਾਲ ਦੀ ਸਜ਼ਾ ਕੱਟ ਕੇ ਦੇਸ਼ ਪਰਤੇ। 4 ਸਾਲ ਪਹਿਲਾਂ ਇਹਨਾਂ ਮਛੇਰਿਆਂ ਨੂੰ ਪਾਕਿਸਤਾਨ ਮੈਰੀਟਾਈਮ ਸਿਕਿਉਰਿਟੀ ਫੋਰਸ ਨੇ ਫੜ ਲਿਆ ਸੀ। ਇਸ ਤੋਂ ਬਾਅਦ ਇਹਨਾਂ ਮਛੇਰਿਆਂ ਤੇ ਪਾਕਿਸਤਾਨੀ ਸਮੁੰਦਰ ਵਿੱਚ ਮੱਛੀਆਂ ਫੜਨ ਦੇ ਦੋਸ਼ ਲੱਗੇ ਅਤੇ 4 ਸਾਲ ਦੀ ਸਜ਼ਾ ਹੋਈ ਸੀ। 4 ਸਾਲ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਇਹਨਾਂ ਮਛੇਰਿਆਂ ਨੂੰ ਲਾਂਦੀ ਜੇਲ੍ਹ ਤੋਂ ਛੱਡਿਆ ਗਿਆ ਹੈ। ਅਮਰੀਕਾ ਨੇ ਰੂਸ ਵੱਲੋਂ ਸੱਤਾ ਤੋਂ ਹਵਾ 'ਚ ਮਾਰ ਕਰਨ ਵਾਲੀ S-400 ਟ੍ਰਾਇਕ ਮਿਜ਼ਾਈਲ ਪ੍ਰਣਾਲੀ ਦੀ ਭਾਰਤ ਨੂੰ ਸਪਲਾਈ ਕੀਤੇ ਜਾਣ ਤੇ ਚਿੰਤਾ ਜ਼ਾਹਿਰ ਕੀਤੀ ਹੈ, ਪਰ ਇਸ ਦੇ ਬਾਰੇ ਵਿੱਚ ਕੋਈ ਫੈਸਲਾ ਨਹੀਂ ਲਿਆ ਗਿਆ ਹੈ ਕਿ ਇਸ ਸੌਦੇ ਨਾਲ ਕਿਵੇਂ ਨਜਿੱਠਿਆ ਜਾਵੇ। ਪੈਂਟਾਗਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਹ ਗੱਲ ਕਹੀ। S-400 ਨੂੰ ਲੰਬੀ ਦੂਰੀ ਦੀ ਸਤ੍ਹਾ ਤੋਂ ਹਵਾ 'ਚ ਮਾਰ ਕਰਨ ਵਾਲੀ ਰੂਸ ਦੀ ਸਭ ਤੋਂ ਆਧੁਨਿਕ ਹਥਿਆਰ ਪ੍ਰਣਾਲੀ ਮੰਨਿਆ ਜਾਂਦਾ ਹੈ। ਇਸ ਸਪਲਾਈ ਤੇ ਭਾਰਤ ਹਵਾਈ ਫੌਜ ਵੱਲੋਂ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ ਹੈ, ਪਰ ਰੂਸ ਦੀ ਫੌਜੀ ਤਕਨੀਕ ਸਹਿਯੋਗ ਲਈ ਲੰਗੀ ਸੇਵਾ ਦੇ ਨਿਰਦੇਸ਼ਕ ਦਮਿਤਰੀ ਨੇ ਸਪੁਤਨਿਕ ਸਮਾਚਾਰ ਏਜੰਸੀ ਨੂੰ ਪਿਛਲੇ ਹਫ਼ਤੇ ਦੱਸਿਆ ਸੀ ਕਿ ਇਹਨਾਂ ਮਿਜ਼ਾਈਲ ਦੀ ਸਪਲਾਈ ਯੋਜਨਾਬੱਧ ਤਰੀਕੇ ਨਾਲ ਕੀਤੀ ਜਾ ਰਹੀ ਹੈ। ਪੈਂਟਾਗਨ ਦੇ ਬੁਲਾਰੇ ਜਾਨ ਕਿਰਬੀ ਨੇ ਸੋਮਵਾਰ ਨੂੰ ਪ੍ਰੈਸ ਕਾਨਫਰੰਸ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਅਸੀਂ ਇਸ ਪ੍ਰਣਾਲੀ ਨੂੰ ਲੈ ਕੇ ਆਪਣੀ ਚਿੰਤਾ ਆਪਣੀ ਭਾਰਤੀ ਸਾਂਝੇਦਾਰਾਂ ਨਾਲ ਬਹੁਤ ਸਪਸ਼ਟ ਤਰੀਕੇ ਨਾਲ ਜਤਾ ਚੁੱਕੇ ਹਾਂ। ਉਹਨਾਂ ਤੋਂ ਪੁੱਛਿਆ ਗਿਆ ਸੀ ਕਿ ਰੱਖਿਆ ਵਿਭਾਗ ਭਾਰਤ ਨੂੰ S-400 ਦੀ ਪਹਿਲੀ ਖੇਪ ਮਿਲਣ ਨੂੰ ਲੈ ਕੇ ਕਿੰਨਾ ਚਿੰਤਿਤ ਹੈ। ਸਮਝਿਆ ਜਾਂਦਾ ਹੈ ਕਿ ਮਿਜ਼ਾਈਲ ਪ੍ਰਣਾਲੀ ਦੇ ਕੁਝ ਪਾਰਟਸ ਦੀ ਸਪਲਾਈ ਸ਼ੁਰੂ ਹੋ ਗਈ ਹੈ ਅਤੇ ਸਾਰੇ ਮਹੱਤਵਪੂਰਨ ਪਾਰਟਸ ਭਾਰਤ ਪਹੁੰਚਣੇ ਬਾਕੀ ਹਨ। ਹਾਲਾਂਕਿ ਕਿਰਬੀ ਨੇ ਸੰਕੇਤ ਦਿੱਤਾ ਹੈ ਕਿ ਅਮਰੀਕਾ ਨੇ ਅਜੇ ਇਸ ਦੇ ਬਾਰੇ 'ਚ ਫੈਸਲਾ ਨਹੀਂ ਕੀਤਾ ਹੈ ਕਿ ਭਾਰਤ ਅਤੇ ਰੂਸ ਦਰਮਿਆਨ ਲੈਣ ਦੇਣ ਵਾਲ ਕਿਵੇਂ ਨਜਿੱਠਿਆ ਜਾਵੇ। ਉਹਨਾਂ ਨੇ ਕਿਹਾ ਕਿ ਸਾਨੂੰ ਉਸ ਪ੍ਰਣਾਲੀ ਨੂੰ ਲੈ ਕੇ ਨਿਸ਼ਚਿਤ ਰੂਪ ਨਾਲ ਚਿੰਤਾ ਹੈ, ਪਰ ਮੇਰੇ ਕੋਲ ਤੁਹਾਡੇ ਲਈ ਕੋਈ ਤਾਜ਼ਾ ਜਾਣਕਾਰੀ ਨਹੀਂ ਹੈ। ਅਮਰੀਕਾ ਦੀ ਉਪ ਵਿਦੇਸ਼ ਮੰਤਰੀ ਵੈਂਡੀ ਸ਼ੇਰਮਨ ਨੇ ਪਿਛਲੇ ਮਹੀਨੇ ਭਾਰਤ ਯਾਤਰਾ ਦੌਰਾਨ ਕਿਹਾ ਸੀ ਕਿ ਕੋਈ ਵੀ ਦੇਸ਼ S-400 ਮਿਜ਼ਾਈਲਾਂ ਦੀ ਵਰਤੋਂ ਦਾ ਫੈਸਲਾ ਕਰਦਾ ਹੈ ਤਾਂ ਇਹ ਖਤਰਨਾਕ ਹੈ ਅਤੇ ਕਿਸੇ ਦੇ ਸੁਰੱਖਿਆ ਦੇ ਹਿੱਤ ਵਿੱਚ ਨਹੀਂ ਹੈ। ਪਾਕਿਸਤਾਨ ਦੇ ਇਵੈਕਿਊ ਟਰਸਟ ਬੋਰਡ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸਾਰੇ ਸ਼ਰਧਾਲੂਆਂ ਨੂੰ ਪਾਕਿਸਤਾਨ 'ਚ ਲਾਗੂ ਕੋਰੋਨਾ ਨਿਯਮਾਂ ਦੀ ਪਾਲਣਾ ਕਰਨੀ ਹੋਏਗੀ। ਬੋਰਡ ਦੇ ਚੇਅਰਮੈਨ ਅਮੀਰ ਅਹਿਮਦ ਨੇ ਕਿਹਾ ਕਿ ਸ਼ਰਧਾਲੂਆਂ ਦਾ ਤਾਪਮਾਨ ਚੈੱਕ ਕੀਤਾ ਜਾਵੇਗਾ ਤੇ ਜਿਸ ਵਿੱਚ ਕੋਵਿਡ-19 ਦੇ ਲੱਛਣ ਦਿਖਾਈ ਦੇਣਗੇ ਉਸ ਨੂੰ ਆਈਸੋਲੇਸ਼ਨ ਵਿੱਚ ਭੇਜ ਦਿੱਤਾ ਜਾਏਗਾ। ਉਹਨਾਂ ਨੇ ਕਿਹਾ ਕਿ ਸ਼ਰਧਾਲੂਆਂ ਨੂੰ 72 ਘੰਟਿਆਂ ਤੱਕ ਦਾ RT-PCR ਸਰਟੀਫਿਕੇਟ ਹੋਣਾ ਲਾਜ਼ਮੀ ਹੈ। ਦਿਸ਼ਾ ਨਿਰਦੇਸ਼ਾਂ ਮੁਤਾਬਕ ਫੇਸ ਮਾਸਕ ਤੇ ਸਮਾਜਿਕ ਦੂਰੀ ਦੀ ਪਾਲਣਾ ਲਾਜ਼ਮੀ ਹੋਏਗੀ। ਉਹਨਾਂ ਨੇ ਅੱਗੇ ਕਿਹਾ ਕਿ SOP ਮੁਤਾਬਕ RT-PCR ਟੈਸਟ ਰਿਪੋਰਟ ਦੇ ਨਾਲ-ਨਾਲ ਸ਼ਰਧਾਲੂਆਂ ਲਈ ਵੈਕਸੀਨੇਸ਼ਨ ਦਾ ਸਬੂਤ ਵੀ ਲਾਜ਼ਮੀ ਹੋਏਗਾ। ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਪਹੁੰਚਣ ਤੇ ਕੋਈ ਕੋਵਿਡ ਟੈਸਟ ਨਹੀਂ ਕੀਤਾ ਜਾਏਗਾ। ਚੀਨ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਬਣ ਗਿਆ ਹੈ ਅਤੇ ਵਿਸ਼ਵ ਪੱਧਰੀ ਆਮਦਨ ਵਿੱਚ 60% ਤੋਂ ਜ਼ਿਆਦਾ ਦੀ ਹਿੱਸੇਦਾਰੀ ਰੱਖਣ ਵਾਲੇ 10 ਦੇਸ਼ਾਂ ਦੀਆਂ ਬੈਲੈਂਸ ਸ਼ੀਟਾਂ ਤੇ ਨਜ਼ਰ ਰੱਖਣ ਵਾਲੀ ਕੰਸਲਟੈਂਟ ਮੈਕਿੰਜੀ ਐਂਡ ਕੰਪਨੀ ਦੀ ਰਿਸਰਚ ਸ਼ਾਖਾ ਦੀ ਰਿਪੋਰਟ ਅਨੁਸਾਰ ਪਿਛਲੇ 20 ਸਾਲਾਂ ਵਿੱਚ ਦੁਨੀਆ ਦੀ ਜਾਇਦਾਦ 3 ਗੁਣਾ ਵਧੀ ਹੈ। ਇਹਨਾਂ ਜਾਇਦਾਦਾਂ ਵਿੱਚ ਚੀਨ ਦੀ ਹਿੱਸੇਦਾਰੀ 1/3 ਹੈ। ਰਿਪੋਰਟ ਅਨੁਸਾਰ ਸਾਲ 2000 ਵਿੱਚ ਜਿੱਥੇ ਦੁਨੀਆ ਭਰ ਦੀ ਜਾਇਦਾਦ $156 ਟ੍ਰਿਲੀਅਨ ਸੀ, ਉੱਥੇ 2020 ਵਿੱਚ ਇਹ ਵੱਧ ਕੇ $514 ਟ੍ਰਿਲੀਅਨ ਹੋ ਗਈ। ਚੀਨ ਦੀ ਜਾਇਦਾਦ ਵਿੱਚ ਜ਼ਬਰਦਸਤ ਇਜ਼ਾਫਾ ਹੋਇਆ ਹੈ। ਸਾਲ 2000 ਵਿੱਚ ਉਸ ਦੀ ਜਾਇਦਾਦ ਕੇਵਲ $7 ਟ੍ਰਿਲੀਅਨ ਸੀ ਅਤੇ 2020 ਤੱਕ ਵੱਧ ਕੇ $120 ਟ੍ਰਿਲੀਅਨ ਤੱਕ ਪਹੁੰਚ ਗਈ ਹੈ। ਦੂਸਰੇ ਪਾਸੇ ਦੂਸਰੇ ਨੰਬਰ ਤੇ ਆ ਚੁੱਕੇ ਅਮਰੀਕਾ ਦੀ ਜਾਇਦਾਦ 20 ਸਾਲਾਂ ਵਿੱਚ ਦੁੱਗਣੀ ਹੋਈ ਹੈ। ਸਾਲ 2020 ਵਿੱਚ ਅਮਰੀਕੀ ਜਾਇਦਾਦ $90 ਟ੍ਰਿਲੀਅਨ ਤੱਕ ਪਹੁੰਚ ਗਈ ਹੈ। ਰਿਪੋਰਟ ਅਨੁਸਾਰ ਅਮਰੀਕਾ ਵਿੱਚ ਜਾਇਦਾਦ ਦੇ ਭਾਅ ਵਿੱਚ ਬਹੁਤ ਜ਼ਿਆਦਾ ਵਾਧਾ ਨਾ ਹੋਣ ਕਾਰਨ ਅਮਰੀਕੀ ਜਾਇਦਾਦ ਚੀਨ ਦੇ ਮੁਕਾਬਲੇ ਘਟ ਰਹੀ ਅਤੇ ਉਸ ਨੂੰ ਦੂਸਰੇ ਨੰਬਰ ਤੇ ਜਾਣਾ ਪਿਆ। ਰਿਪੋਰਟ ਵਿੱਚ ਇਹ ਗੱਲ ਵੀ ਕਹੀ ਗਈ ਹੈ ਕਿ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਜਾਇਦਾਦ ਵਾਲੇ ਚੀਨ ਅਤੇ ਅਮਰੀਕਾ ਵਿੱਚ ਧਨ ਦਾ ਵੱਡਾ ਹਿੱਸਾ ਕੇਵਲ ਕੁਝ ਅਮੀਰ ਲੋਕਾਂ ਤੱਕ ਹੀ ਸੀਮਤ ਹੈ। ਰਿਪੋਰਟ ਅਨੁਸਾਰ ਦੋਵਾਂ ਦੇਸ਼ਾਂ ਵਿੱਚ ਕੇਵਲ 10% ਦੀ ਆਬਾਦੀ ਕੋਲ ਜਾਇਦਾਦ ਦਾ 2/3 ਹਿੱਸਾ ਹੈ ਅਤੇ ਇਹਨਾਂ ਦੇ ਸ਼ੇਅਰ ਲਗਾਤਾਰ ਵਧ ਰਹੇ ਨੇ। ਮੈਕੈਂਜੀ ਦੀ ਰਿਪੋਰਟ ਦੱਸਦੀ ਹੈ ਕਿ ਦੁਨੀਆ ਦਾ 68% ਪੈਸਾ ਰੀਅਲ ਅਸਟੇਟ ਵਿੱਚ ਲੱਗਿਆ ਹੋਇਆ ਹੈ। ਦੂਜੇ ਪਾਸੇ ਬਾਕੀ ਦੀ ਜਾਇਦਾਦ ਵਿੱਚ ਬੁਨਿਆਦੀ ਢਾਂਚਾ, ਮਸ਼ੀਨਰੀ ਅਤੇ ਉਪਕਰਨ ਵਰਗੀਆਂ ਚੀਜ਼ਾਂ ਸ਼ਾਮਲ ਨੇ। ਸ਼੍ਰੀਲੰਕਾ ਸਰਕਾਰ ਨੇ SARS-CoV-2 ਨਾਲ ਸੰਕਰਮਿਤ ਮਰੀਜ਼ਾਂ ਦੇ ਇਲਾਜ ਲਈ ਪਹਿਲੀ ਐਂਟੀਵਾਇਰਲ ਗੋਲੀ ਮੋਲਨੂਪੀਰਾਵੀਰ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਜੋ ਕੋਵਿਡ-19 ਦੇ ਇਲਾਜ ਵਿੱਚ ਪ੍ਰਭਾਵੀ ਹੈ। ਦੇਸ਼ ਦੇ ਸਿਹਤ ਮੰਤਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਫਾਰਮਾਸਿਊਟੀਕਲ ਉਤਪਾਦਨ ਸਪਲਾਈ ਅਤੇ ਰੈਗੂਲੇਸ਼ਨ ਰਾਜ ਮੰਤਰੀ ਚੰਨਾ ਜੈਸੂਮਾਨਾ ਨੇ ਕਿਹਾ ਕਿ ਗੋਲੀ ਨੂੰ ਸ਼੍ਰੀਲੰਕਾ ਦੀ ਕੋਵਿਡ-19 ਤਕਨੀਕੀ ਕਮੇਟੀ ਅਤੇ ਮੈਡੀਕਲ ਮਾਹਿਰਾਂ ਦੇ ਪੈਨਲ ਦੁਆਰਾ ਮਨਜ਼ੂਰੀ ਦਿੱਤੀ ਗਈ ਹੈ। ਇਹ ਗੋਲੀ ਹਸਪਤਾਲ ਵਿੱਚ ਦਾਖਲ ਹੋਣ ਅਤੇ ਮੌਤ ਦੇ ਜ਼ੋਖਮ ਨੂੰ 50% ਤੱਕ ਘੱਟ ਕਰ ਦਿੰਦੀ ਹੈ। ਸ਼੍ਰੀ ਜੈਸੂਮਾਨਾ ਨੇ ਦੱਸਿਆ ਕਿ ਕਮੇਟੀ ਨੇ ਉਹਨਾਂ ਦੇ ਬੇਨਤੀ ਪੱਤਰ ਤੇ ਕਰੋਨਾ ਮਰੀਜ਼ਾਂ ਦੇ ਇਲਾਜ ਵਿੱਚ ਇਸ ਗੋਲੀ ਦੀ ਵਰਤੋਂ ਨੂੰ ਮਨਜ਼ੂਰੀ ਦਿੱਤੀ ਅਤੇ ਇਸ ਨੂੰ ਭਵਿੱਖ ਵਿੱਚ ਸ੍ਰੀਲੰਕਾ ਵਿੱਚ ਰਜਿਸਟਰ ਕੀਤਾ ਜਾਵੇਗਾ ਅਤੇ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਲਈ ਨਿਰਧਾਰਤ ਕੀਤਾ ਜਾਏਗਾ। ਸਿਹਤ ਮੰਤਰਾਲਾ ਦੇ ਅੰਕੜਿਆਂ ਦੇ ਅਨੁਸਾਰ ਸ੍ਰੀਲੰਕਾ ਵਿੱਚ ਪਿਛਲੇ ਸਾਲ ਮਾਰਚ ਤੋਂ ਹੁਣ ਤੱਕ ਕੋਰੋਨਾ ਦੇ 5,52,274 ਮਾਮਲੇ ਸਾਹਮਣੇ ਆਏ ਅਤੇ 14,016 ਲੋਕਾਂ ਦੀ ਮੌਤ ਹੋਈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਬਰਨ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ ਯੂਨੀਵਰਸਿਟੀ ਵੀ ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।